to Study for You. Today in this video we are going to be discussed 10th class geography first chapter resources and development. These are the topics that we will discuss in this chapter. Introduction, types of resources, development of resources, resource planning, land sources and soil resources. First of all, we will see the introduction of this chapter. Everything available in our environment which satisfy our needs is called as resource. ਉਹ ਸਾਰੀਆਂ ਚੀਜ਼ਾਂ ਇਨਵਾਇਰਮੈਂਟ ਦੇ ਵਿੱਚ ਪਾਈਆਂ ਜਾਣ ਵਾਲੀਆਂ ਜੋ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਨੇ ਉਹਨਾਂ ਨੂੰ ਕੀ ਹੈ ਜੀ ਰਿਸੋਰਸ ਕਿਹਾ ਜਾਂਦਾ ਹੈ। ਹਿਊਮਨ ਮੇਕ ਮੈਨੀ ਰਿਸੋਰਸ ਯੂਜ਼ਲ ਵਾਈ ਮੋਡੀਫਾਈਂਗ ਦੈਮ। ਬਹੁਤ ਸਾਰੇ ਰਿਸੋਰਸਿਸ ਅਰਥ ਉੱਪਰ ਇਸ ਤਰ੍ਹਾਂ ਦੇ ਹਨ ਜਿਹੜੇ ਕਿ ਡਾਇਰੈਕਟਲੀ ਫਾਰਮ ਦੇ ਵਿੱਚ ਨੈਚੁਰਲ ਫਾਰਮ ਦੇ ਵਿੱਚ ਯੂਜ਼ ਨਹੀਂ ਕੀਤੇ ਜਾ ਸਕਦੇ ਬਟ ਉਹਨਾਂ ਨੂੰ ਕੀ ਹੈ ਜੀ ਬਾਇਓ ਟੈਕਨੋਲੋਜੀ ਹਿਊਮਨ ਯੂਜ਼ੇਬਲ ਬਣਾ ਲੈਂਦੇ ਨੇਗੇ। ਇਹ ਹਨ ਜੀ ਟਾਈਪਸ ਆਫ ਦਾ ਰਿਸੋਰਸਿਸ। ਲਾਈਕ ਰਿਸੋਰਸਿਸ ਡਿਵਾਈਡ ਕੀਤੇ ਜਾਂਦੇ ਨੇ ਨੈਚੁਰਲ, ਹਿਊਮਨ ਐਂਡ ਨੈਚੁਰਲ ਰਿਸੋਰਸਿਸ ਅਗੇਨ ਡਿਵਾਈਡ ਕੀਤੇ ਜਾਂਦੇ ਨੇ ਜੀ ਰੀਨਿਊਏਬਲ ਐਂਡ ਨਾਨ ਰੀਨਿਊਏਬਲ। ਤੁਸੀਂ ਦੇਖ ਸਕਦੇ ਹੋ ਸਾਰੀਆਂ ਟਾਈਪਸ। ਅਸੀਂ ਟਾਈਪਸ ਨੂੰ ਕਈ ਡਿਫਰੈਂਟ ਵੇਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਲਾਈਕ ਔਨ ਦਾ ਬੇਸਿਸ ਆਫ ਓਰੀਜਨ। ਓਰੀਜਨ ਦੇ ਬੇਸਿਸ 'ਤੇ ਟਾਈਪਸ ਦੋ ਤਰ੍ਹਾਂ ਦੀਆਂ ਨੇ ਜੀ, ਬਾਇਓਟਿਕ ਐਂਡ ਅਬਾਇਓਟਿਕ। ਬਾਇਓਟਿਕ ਰਿਸੋਰਸ ਦੇ ਵਿੱਚ ਅਸੀਂ ਉਹਨਾਂ ਰਿਸੋਰਸਿਸ ਨੂੰ ਕਾਊਂਟ ਕਰਦੇ ਹਾਂ ਜਿਹੜੇ ਆਪਣੇ ਬਾਇਓਸਫੀਅਰ ਤੋਂ ਓਬਟੇਨ ਕੀਤੇ ਜਾਂਦੇ ਨੇ, ਮੀਨਜ਼ ਲਿਵਿੰਗ ਰਿਸੋਰਸਿਸ। ਐਂਡ ਅਬਾਇਓਟਿਕ ਰਿਸੋਰਸਿਸ ਉਹ ਰਿਸੋਰਸਿਸ ਨੇ ਜਿਹੜੇ ਕੀ ਨੇ ਜੀ ਨੋਨ ਲਿਵਿੰਗ ਥਿੰਗਸ ਤੋਂ ਕੰਪੋਜ਼ਡ ਹੋਏ ਨੇ, ਲਾਈਕ ਰੌਕਸ ਐਂਡ ਮੈਟਲਸ। ਐਂਡ ਅੱਗੇ ਜੋ ਅਸੀਂ ਰਿਸੋਰਸਿਸ ਦੀ ਡਿਵਾਈਡੇਸ਼ਨ ਕਰਦੇ ਹਾਂ ਉਹ ਹੈ ਜੀ ਔਨ ਦਾ ਬੇਸਿਸ ਆਫ ਐਗਜ਼ੌਸਟੇਬਿਲਿਟੀ। ਔਨ ਦਾ ਬੇਸਿਸ ਆਫ ਐਗਜ਼ੌਸਟੇਬਿਲਿਟੀ ਇਹ ਦੋ ਤਰ੍ਹਾਂ ਦੇ ਨੇ ਜੀ, ਰੀਨਿਊਏਬਲ ਐਂਡ ਨਾਨ ਰੀਨਿਊਏਬਲ। ਰੀਨਿਊਏਬਲ ਰਿਸੋਰਸਿਸ ਉਹ ਰਿਸੋਰਸਿਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਦੁਬਾਰਾ ਪ੍ਰੋਡਿਊਸ ਕਰ ਸਕਦੇ ਹਾਂ, ਲਾਈਕ ਸੋਲਰ ਐਨਰਜੀ, ਵਾਈਂਡ ਐਨਰਜੀ। ਇਹ ਕੀ ਹੈ ਜੀ ਨਾ ਖਤਮ ਹੋਣ ਵਾਲੇ ਰਿਸੋਰਸਿਸ ਨੇ, ਇਹਨਾਂ ਨੂੰ ਅਸੀਂ ਕੀ ਹੈ ਜੀ ਰੀਨਿਊਏਬਲ ਰਿਸੋਰਸ ਦੇ ਵਿੱਚ ਕਾਊਂਟ ਕਰਦੇ ਹਾਂ। ਐਂਡ ਨੋਨ ਰੀਨਿਊਏਬਲ ਰਿਸੋਰਸਿਸ ਉਹ ਰਿਸੋਰਸਿਸ ਨੇ ਜਿਹੜੇ ਕਿ ਮਿਲੀਅਨ ਈਅਰਸ ਦੇ ਵਿੱਚ ਕੀ ਨੇ ਜੀ ਪ੍ਰੋਡਿਊਸ ਹੁੰਦੇ ਨੇ, ਲਾਈਕ ਕੋਲ, ਪੈਟਰੋਲੀਅਮ, ਫਿਊਲਸ ਐਕਸੈਕਟਰਾ। ਇਹ ਨੇ ਜੀ ਨੋਨ ਰੀਨਿਊਏਬਲ ਰਿਸੋਰਸਿਸ। ਨੈਕਸਟ ਹੈ ਜੀ ਔਨ ਦਾ ਬੇਸਿਸ ਆਫ ਓਨਰਸ਼ਿਪ। ਓਨਰਸ਼ਿਪ ਦੇ ਬੇਸਿਸ 'ਤੇ ਰਿਸੋਰਸਿਸ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਇੰਡੀਵਿਜੂਅਲ ਉਹ ਰਿਸੋਰਸਿਸ ਹੁੰਦੇ ਨੇ ਜਿਹੜੇ ਇੱਕ ਪ੍ਰਾਈਵੇਟ ਜਾਂ ਫਿਰ ਇੱਕ ਪਰਸਨ ਦੇ ਰਿਸੋਰਸਿਸ ਹੁੰਦੇ ਨੇ, ਲਾਈਕ ਜੋ ਆਪਣੇ ਹੋਮਸ ਨੇ ਉਹ ਕੀ ਹੈ ਜੀ ਆਪਣੀ ਇੰਡੀਵਿਜੂਅਲ ਪ੍ਰੋਪਰਟੀ ਹੈ, ਆਪਣੇ ਪਰਸਨਲ ਰਿਸੋਰਸਿਸ ਨੇ। ਲਾਈਕ ਇਨ ਦਾ ਵਿਲੇਜਿਸ ਜੋ ਫਾਰਮਰਸ ਦੀ ਆਪਣੀ ਜ਼ਮੀਨ ਹੁੰਦੀ ਹੈ, ਜੋ ਉਹਨਾਂ ਦੇ ਫਾਰਮਸ ਹੁੰਦੇ ਨੇ ਉਹ ਕੀ ਹੈ ਜੀ ਉਹਨਾਂ ਦੀ ਇੰਡੀਵਿਜੂਅਲ ਪ੍ਰੋਪਰਟੀ ਹੈ, ਉਹਨਾਂ ਦੇ ਇੰਡੀਵਿਜੂਅਲ ਰਿਸੋਰਸਿਸ ਨੇ। ਸੈਕਿੰਡ ਹੈ ਜੀ ਆਪਣਾ ਕਮਿਊਨਿਟੀ ਰਿਸੋਰਸਿਸ। ਕਮਿਊਨਿਟੀ ਰਿਸੋਰਸਿਸ ਉਹ ਹੁੰਦੇ ਨੇ ਜਿਨ੍ਹਾਂ ਉੱਤੇ ਇੱਕ ਖਾਸ ਕਮਿਊਨਿਟੀ ਦਾ ਹੱਕ ਹੁੰਦਾ ਹੈ, ਲਾਈਕ ਆਵਰ ਟੈਂਪਲਸ, ਪਾਰਕਸ। ਜੋ ਇਸ ਤਰ੍ਹਾਂ ਦੇ ਰਿਸੋਰਸਿਸ ਨੇ ਇਹਨਾਂ ਨੂੰ ਕੀ ਹੈ ਜੀ ਕਮਿਊਨਿਟੀ ਰਿਸੋਰਸਿਸ ਕਿਹਾ ਜਾਂਦਾ ਹੈ। ਐਂਡ ਥਰਡ ਹੈ ਜੀ ਨੈਸ਼ਨਲ ਰਿਸੋਰਸਿਸ। ਨੈਸ਼ਨਲ ਰਿਸੋਰਸਿਸ ਦੇ ਵਿੱਚ ਅਸੀਂ ਕਾਊਂਟ ਕਰਦੇ ਹਾਂ ਜੀ ਲਾਈਕ ਰੋਡਸ, ਰੇਲਵੇ ਟਰੈਕਸ, ਰੇਲਵੇ ਸਟੇਸ਼ਨਸ, ਬੱਸ ਸਟੈਂਡਸ। ਇਹ ਕੀ ਨੇ ਜੀ ਨੈਸ਼ਨਲ ਪ੍ਰੋਪਰਟੀਜ਼ ਨੇ ਐਂਡ ਇਸ ਲਈ ਇਹਨਾਂ ਨੂੰ ਅਸੀਂ ਨੈਸ਼ਨਲ ਰਿਸੋਰਸਿਸ ਦੇ ਵਿੱਚ ਕਾਊਂਟ ਕਰਦੇ ਹਾਂ। ਨੈਕਸਟ ਹੈ ਜੀ ਇੰਟਰਨੈਸ਼ਨਲ ਰਿਸੋਰਸਿਸ। ਇੰਟਰਨੈਸ਼ਨਲ ਰਿਸੋਰਸਿਸ ਦੇ ਵਿੱਚ ਕੀ ਆਉਂਦਾ ਜੀ ਲਾਈਕ ਓਸ਼ਨਸ ਨੇ ਜੋ ਫਰੋਮ ਐਨੀ ਬਾਉਂਡਰੀ ਆਫ ਦਾ ਕੰਟਰੀ, ਕਿਸੇ ਕੰਟਰੀ ਦੀ ਬਾਉਂਡਰੀ ਤੋਂ 200 ਕਿਲੋਮੀਟਰ ਦੂਰ ਅੱਗੇ ਜਾ ਕੇ ਜੋ ਓਸ਼ਨ ਹੁੰਦਾ ਉਹ ਕੀ ਹੈ ਜੀ ਇੰਟਰਨੈਸ਼ਨਲ ਰਿਸੋਰਸਿਸ ਦੇ ਵਿੱਚ ਕਾਊਂਟ ਹੁੰਦਾ ਗਾ। ਇੱਥੇ ਇੱਕ ਫੈਕਟ ਹੈ ਲਾਈਕ India has got
right to mine manganese nodules from the bed of Indian Ocean from the area which lies beyond the exclusive economic zone। ਇੰਡੀਆ ਦੇ ਕੋਲ ਕੀ ਹੈ ਜੀ, ਰਾਈਟ ਆ ਗਿਆ ਜੋ ਇੰਡੀਅਨ ਓਸ਼ਨ ਹੈ ਉੱਥੋਂ ਮੈਗਨੀਸ ਨੋਡਿਊਲਸ ਫਾਊਂਡ ਕਰਨ ਦਾ। ਮੈਗਨੀਸ ਨੋਡਿਊਲਸ ਹੁੰਦੇ ਕੀ ਨੇ ਜੀ, ਇਹ ਲਾਈਕ ਇਹ ਕੀ ਹੈ ਜੀ ਆਪਣਾ ਓਸ਼ਨ ਦਾ ਨੀਚੇ ਵਾਲਾ ਸਰਫੇਸ ਆ ਗਿਆ। ਇੱਥੇ ਕੀ ਹੈ ਜੀ ਮੈਗਨੀਸ ਦੇ ਗੋਲ ਗੋਲ ਛੋਟੇ ਛੋਟੇ ਕੀ ਨੇ ਜੀ ਪੀਸਿਸ ਹੁੰਦੇ ਨੇਗੇ ਮੈਟਲ ਦੇ, ਉਹਨਾਂ ਨੂੰ ਕੀ ਹੈ ਜੀ ਮੈਗਨੀਸ ਨੋਡਿਊਲਸ ਕਿਹਾ ਜਾਂਦਾ ਹੈ। ਅੱਗੇ ਕੀ ਹੈ ਜੀ ਔਨ ਦਾ ਬੇਸਿਸ ਆਫ ਸਟੇਟਸ ਆਫ ਡਿਵੈਲਪਮੈਂਟ। ਸਟੇਟਸ ਆਫ ਡਿਵੈਲਪਮੈਂਟ ਦੇ ਬੇਸਿਸ 'ਤੇ ਇਹ ਦੋ ਤਰ੍ਹਾਂ ਦੇ ਨੇ ਜੀ, ਪੋਟੈਂਸ਼ੀਅਲ ਐਂਡ ਡਿਵੈਲਪਡ। ਪੋਟੈਂਸ਼ੀਅਲ ਰਿਸੋਰਸਿਸ ਉਹ ਰਿਸੋਰਸਿਸ ਹੁੰਦੇ ਨੇ ਜਿਹੜੇ ਹਾਲੇ ਪੂਰੀ ਤਰ੍ਹਾਂ ਡਿਵੈਲਪਡ ਨਹੀਂ ਹੈਗੇ, ਜਿਨ੍ਹਾਂ ਨੂੰ ਅਸੀਂ ਪ੍ਰੋਪਰਲੀ ਯੂਜ਼ ਨਹੀਂ ਕਰ ਸਕਦੇ। ਐਂਡ ਡਿਵੈਲਪਡ ਰਿਸੋਰਸਿਸ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪ੍ਰੋਪਰਲੀ ਯੂਜ਼ ਕਰ ਸਕਦੇ ਹਾਂਗੇ। ਨੈਕਸਟ ਹੈ ਜੀ ਡਿਵੈਲਪਮੈਂਟ ਆਫ ਰਿਸੋਰਸਿਸ। ਰਿਸੋਰਸਿਸ ਦੀ ਡਿਵੈਲਪਮੈਂਟ ਡਿਊ ਟੂ ਹਿਊਜ ਐਂਡ ਅਨਪਲੈਨਡ ਯੂਜ਼ਸ ਆਫ ਰਿਸੋਰਸਿਸ ਡੈਪਲੇਸ਼ਨ ਅਕਰ। ਰਿਸੋਰਸਿਸ ਦੀ ਬਹੁਤ ਜ਼ਿਆਦਾ ਯੂਜ਼ਸ ਹੋਣ ਦੇ ਕਾਰਨ ਐਂਡ ਇਹਨਾਂ ਦੀ ਅਨਪਲੈਨਡ ਯੂਜ਼ਸ ਹੋਣ ਦੇ ਕਾਰਨ ਕੀ ਹੈ ਜੀ ਬਹੁਤ ਹੀ ਫਾਸਟ ਇਹਨਾਂ ਦੀ ਡੈਪਲੇਸ਼ਨ ਹੋ ਰਹੀ ਹੈ, ਮੀਨਸ ਘਾਟ ਆ ਰਹੀ ਹੈ। ਜੋ ਇੰਡੀਵਿਜੂਅਲ ਇੰਟਰਸਟ ਨੂੰ ਪੂਰਾ ਕਰਨ ਦੇ ਲਈ ਇਸ ਦਾ ਦੁਰਉਪਯੋਗ ਕਰਦੇ ਨੇ, ਉਸ ਨਾਲ ਕੀ ਹੈ ਜੀ ਡਿਫਰੈਂਸ ਆ ਰਿਹਾ ਰਿਚ ਐਂਡ ਪੂਅਰਸ ਦੇ ਵਿੱਚ ਬਹੁਤ ਜ਼ਿਆਦਾ। ਫਰਦਰ ਮੋਰ ਇਟ ਆਲਸੋ ਅਫੈਕਟ ਦਾ ਇਨਵਾਇਰਮੈਂਟ ਐਜ਼ ਡਿਪਲੇਸ਼ਨ ਆਫ ਓਜ਼ੋਨ। ਇਹਨਾਂ ਦੀ ਜ਼ਿਆਦਾ ਯੂਜ਼ਸ ਹੋਣ ਦੇ ਕਾਰਨ ਕੀ ਹੈ ਜੀ ਜੋ ਆਪਣਾ ਇਨਵਾਇਰਮੈਂਟ ਹੈ ਉਸ 'ਤੇ ਵੀ ਬਹੁਤ ਹੀ ਜ਼ਿਆਦਾ ਇਫੈਕਟ ਪੈ ਰਿਹਾ। ਮੀਨਸ ਜੋ ਆਪਣੀ ਓਜ਼ੋਨ ਲੇਅਰ ਹੈ ਉਸ ਦੇ ਵਿੱਚ ਕੀ ਹੈ ਜੀ ਹੋਲਸ ਹੋ ਰਹੇ ਨੇਗੇ, ਜਿਹੜਾ ਕੀ ਹੈ ਜੀ ਹਿਊਮਨ ਲਾਈਫ ਦੇ ਲਈ ਬਹੁਤ ਜ਼ਿਆਦਾ ਡੇਂਜਰਸ ਸਾਬਿਤ ਹੋ ਸਕਦਾ ਹੈ। ਟੂ ਐਲੀਮੀਨੇਟ ਥੀਸ ਪ੍ਰੋਬਲਮਸ ਵੀ ਨੀਡ ਸਸਟੇਨੇਬਲ ਡਿਵੈਲਪਮੈਂਟ। ਇਹਨਾਂ ਸਾਰੀ ਪ੍ਰੋਬਲਮਸ ਦੇ ਹੱਲ ਕਰਨ ਦੇ ਲਈ ਸਾਨੂੰ ਕੀ ਹੈ ਜੀ ਸਸਟੇਨੇਬਲ ਡਿਵੈਲਪਮੈਂਟ ਕਰਨੀ ਪਊਗੀ। ਸਸਟੇਨੇਬਲ ਡਿਵੈਲਪਮੈਂਟ ਕੀ ਹੁੰਦੀ ਹੈ ਜੀ, means development should take place without harming environment and save resources for future। ਸਸਟੇਨੇਬਲ ਡਿਵੈਲਪਮੈਂਟ ਦਾ ਮਤਲਬ ਹੈ ਜੀ ਆਪਾਂ ਡਿਵੈਲਪਮੈਂਟ ਤਾਂ ਕਰਨੀ ਹੈ ਬਟ ਰਿਸੋਰਸਿਸ ਨੂੰ ਅਗਲੀਆਂ ਜਨਰੇਸ਼ਨ ਦੇ ਲਈ ਸੇਵ ਕਰਕੇ ਵੀ ਰੱਖਣਾ ਰਿਸੋਰਸਿਸ ਨੂੰ, ਐਂਡ ਰਿਸੋਰਸਿਸ ਓਨੇ ਹੀ ਯੂਜ਼ ਕਰਨੇ ਨੇ ਤਾਂ ਕਿ ਉਹ ਆਪਣੇ ਇਨਵਾਇਰਮੈਂਟ ਨੂੰ ਅਫੈਕਟ ਨਾ ਕਰਨ। International Earth Summit was held in Rio de Janeiro in Brazil in June 1992, in which decision is taken that 21st century sustainable development should be achieved। Sustainable development ਦਾ ਜੋ ਕਨਸੈਪਟ ਹੈ ਇਹ ਕੀ ਹੈ ਜੀ ਬ੍ਰਾਜ਼ੀਲ ਦੇ ਵਿੱਚ ਰੀਓ ਡੀ ਜਨੈਰੀਓ ਦੇ ਵਿੱਚ ਇੱਕ ਇੰਟਰਨੈਸ਼ਨਲ ਅਰਥ ਸਮਿਟ ਹੋਈ ਸੀ, ਉੱਥੇ ਕੀ ਹੈ ਜੀ ਇਹ ਲਿਆ ਗਿਆ ਡਿਸੀਜ਼ਨ, ਇਹ ਕਨਸੈਪਟ ਕੀ ਹੈ ਜੀ ਉੱਥੇ ਫਾਊਂਡ ਕੀਤਾ ਗਿਆ। ਨੈਕਸਟ ਹੈ ਜੀ ਰਿਸੋਰਸਿਸ ਪਲੈਨਿੰਗ। ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਵਿਦਆਊਟ ਰਿਸੋਰਸਿਸ ਪਲੈਨਿੰਗ ਬਹੁਤ ਸਾਰੀਆਂ ਪ੍ਰੋਬਲਮਸ ਆ ਸਕਦੀਆਂ ਨੇ। ਕਿੱਦਾਂ ਅਸੀਂ ਮੀਨਸ ਕਿਸੇ ਖਾਸ ਜਗ੍ਹਾ 'ਤੇ like in our lithosphere on some place there are lot of resources। ਕਿਸੇ ਖਾਸ ਜਗ੍ਹਾ 'ਤੇ ਬਹੁਤ ਜ਼ਿਆਦਾ ਰਿਸੋਰਸਿਸ ਕੀ ਨੇ ਜੀ ਪਾਏ ਜਾ ਸਕਦੇ ਨੇ, ਬਟ ਕਿਸੇ ਇੱਕ ਪਲੇਸ 'ਤੇ ਰਿਸੋਰਸਿਸ ਬਿਲਕੁਲ ਵੀ ਨਹੀਂ ਹੋ ਸਕਦੇ। ਤਾਂ ਅਸੀਂ ਕੀ ਹੈ ਜੀ ਇੱਕ ਪਲਾਨ ਬਣਾਉਣਾ ਜਿਸ ਨਾਲ ਕੀ ਹੈ ਜੀ ਆਪਾਂ ਹੋਲ ਵਰਲਡ ਦੀ ਜੋ ਨੀਡਸ ਨੇ ਉਹਨਾਂ ਨੂੰ ਕੰਪਲੀਟ ਕਰਨਾ ਹੈ। ਮੀਨਸ ਅਸੀਂ ਇੱਥੋਂ ਰਿਸੋਰਸ ਇੱਥੇ ਲੈ ਕੇ ਜਾਣੇ ਨੇਗੇ, ਇਸ ਨੂੰ ਕੀ ਕਹਿੰਦੇ ਨੇ ਜੀ ਰਿਸੋਰਸਿਸ ਪਲਾਨਿੰਗ। ਨੈਕਸਟ ਹੈ ਜੀ ਰਿਸੋਰਸਿਸ ਪਲਾਨਿੰਗ ਇਨ ਇੰਡੀਆ। ਇੰਡੀਆ ਵਿੱਚ ਰਿਸੋਰਸਿਸ ਪਲਾਨਿੰਗ ਕਿੱਦਾਂ ਦੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਜੀ ਰਿਸੋਰਸਿਸ ਪਲਾਨਿੰਗ ਕੀ ਹੈ ਜੀ ਇੱਕ ਕੰਪਲੈਕਸ ਪ੍ਰੋਸੈਸ ਹੈ
ਜਿਹਦੇ ਵਿੱਚ ਇਨਵੋਲਵ ਹੈ ਜੀ ਆਈਡੈਂਟੀਫਿਕੇਸ਼ਨ ਐਂਡ ਇਨਵੈਂਟਰੀ ਆਫ ਰਿਸੋਰਸਿਸ ਅਕਰੋਸ ਰੀਜਨਸ ਆਫ ਕੰਟਰੀ। This involves survey mapping and qualitative and quantitative estimation and measurement of the resources। ਸਭ ਤੋਂ ਪਹਿਲਾਂ ਕੀ ਕਹਿੰਦੇ ਨੇ ਜੀ, ਕਿਸੇ ਜਗ੍ਹਾ ਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ, ਆਈਡੈਂਟੀਫਿਕੇਸ਼ਨ ਕਰਨੀ ਚਾਹੀਦੀ ਹੈ ਕਿ ਉੱਥੇ ਕਿਸ ਪ੍ਰਕਾਰ ਦੇ ਕਿਹੜੇ ਅਤੇ ਕਿੰਨੀ ਮਾਤਰਾ ਦੇ ਵਿੱਚ ਰਿਸੋਰਸਿਸ ਪਾਏ ਜਾਂਦੇ ਨੇਗੇ। ਇਵੋਲਵਿੰਗ ਆ ਪਲਾਨਿੰਗ ਸਟਰਕਚਰ endowed with appropriate technology and skill institutional setup for implementing resource development plan। ਫਿਰ ਉੱਥੋਂ ਦੇ ਕੀ ਹੈ ਜੀ, ਰਿਸੋਰਸਿਸ ਦੇਖ ਕੇ ਉੱਥੇ ਕਿਹੜੀ ਟੈਕਨੋਲੋਜੀ ਕਿੱਦਾਂ ਯੂਜ਼ ਕਰਨੀ ਹੈ ਉਹ ਦੇਖਣਾ ਚਾਹੀਦਾ ਹੈ ਐਂਡ ਕਿੱਦਾਂ ਇਹ ਟੈਕਨੋਲੋਜੀ ਉੱਥੇ ਪਹੁੰਚਾਉਣੀ ਹੈਗੀ। ਮੈਚਿੰਗ ਦਾ ਰਿਸੋਰਸਿਸ ਡਿਵੈਲਪਮੈਂਟ ਪਲਾਨਸ ਵਿਦ ਓਵਰਆਲ ਨੈਸ਼ਨਲ ਡਿਵੈਲਪਮੈਂਟ। ਫਿਰ ਕੀ ਹੈ ਜੀ, ਉਹ ਜੋ ਕੰਟਰੀ ਹੈ ਉੱਥੋਂ ਦੀ ਜੋ ਓਵਰਆਲ ਟੈਕਨੋਲੋਜੀ ਹੈ, ਓਵਰਆਲ ਉੱਥੇ ਰਿਸੋਰਸਿਸ ਨੇ, ਉਸਦੇ ਹਿਸਾਬ ਨਾਲ ਉਸਨੂੰ ਮੈਚ ਕਰਨਾ ਚਾਹੀਦਾ। ਮੀਨਸ ਅਗਰ ਇੱਥੇ ਕੀ ਹੈ ਜੀ, ਇਸ ਜਗ੍ਹਾ 'ਤੇ ਰਿਸੋਰਸਿਸ ਪਾਏ ਜਾਂਦੇ ਨੇ ਬਟ ਉਹ ਕੀ ਹੈ ਜੀ ਬਹੁਤ ਜ਼ਿਆਦਾ ਡੀਪ ਨੇਗੇ, ਤਾਂ ਅਸੀਂ ਕੀ ਹੈ ਜੀ ਆਪਣੀ ਇਕੋਨਮੀ ਦੇਖ ਕੇ ਇਸ 'ਤੇ ਇਨਵੈਸਟਮੈਂਟ ਕਰਾਂਗੇ ਓਵਰਆਲ ਕੰਟਰੀ ਦੀ। ਇਸ ਨੂੰ ਕੀ ਕਹਿੰਦੇ ਨੇ ਜੀ, ਰਿਸੋਰਸ ਪਲਾਨਿੰਗ। ਨੈਕਸਟ ਹੈ ਜੀ ਕੰਜ਼ਰਵੇਸ਼ਨ ਆਫ ਰਿਸੋਰਸਿਸ। ਲਾਈਕ ਜਿੱਦਾਂ ਅਸੀਂ ਪਿੱਛੇ ਪੜ੍ਹਿਆ ਕਿ ਰਿਸੋਰਸਿਸ ਵਿਦਆਊਟ ਪਲੈਨਿੰਗ ਐਂਡ ਇਸ ਦੀ ਜ਼ਿਆਦਾ ਯੂਜ਼ਸ ਨਾਲ ਕੀ ਹੈ ਜੀ, ਇੱਕ ਤਾਂ ਬਹੁਤ ਜਲਦੀ ਇਹਨਾਂ ਦੀ ਜੋ ਕੁਆਂਟਿਟੀ ਹੈ ਉਹ ਡਿਕਰੀਜ਼ ਹੋ ਰਹੀ ਹੈ ਐਂਡ ਨਾਲ ਨਾਲ ਕੀ ਹੈ ਜੀ ਇਹ ਇਨਵਾਇਰਮੈਂਟ ਨੂੰ ਵੀ ਇਫੈਕਟ ਕਰ ਰਿਹਾ। ਇਸ ਲਈ ਸਾਨੂੰ ਕੀ ਹੈ ਜੀ ਇਸ ਦੀ ਕੰਜ਼ਰਵੇਸ਼ਨ ਦੀ ਬਹੁਤ ਜ਼ਿਆਦਾ ਨੀਡ ਹੈ। ਰਿਸੋਰਸਿਸ ਆਰ ਵਾਈਟਲ ਫੋਰ ਐਨੀ ਡਿਵੈਲਪਮੈਂਟ ਐਕਟੀਵਿਟੀ। ਕਿਸੇ ਵੀ ਐਕਟੀਵਿਟੀ ਦੀ ਲਈ ਕੀ ਹੈ ਜੀ ਅੱਜ ਦੇ ਟਾਈਮ ਵਿੱਚ ਰਿਸੋਰਸਿਸ ਦੀ ਬਹੁਤ ਜ਼ਿਆਦਾ ਨੀਡ ਹੈ। ਲਾਈਕ ਪੈਟਰੋਲੀਅਮ ਦੀ ਯੂਜੇਜ ਤੋਂ ਬਿਨਾਂ ਅੱਜ ਇਸ ਯੁੱਗ ਵਿੱਚ ਨਹੀਂ ਰਿਹਾ ਜਾ ਸਕਦਾ। ਬਟ ਇਰੇਸ਼ਨਲ ਕੰਜ਼ਪਸ਼ਨ ਐਂਡ ਓਵਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਮੇ ਲੀਡ ਟੂ ਸੋਸ਼ਲ ਇਕੋਨਮਿਕ ਐਂਡ ਇਨਵਾਇਰਮੈਂਟ ਪ੍ਰੋਬਲਮ। ਬਟ ਕੀ ਹੈ ਜੀ, ਇਸ ਦੀ ਅਗਰ ਆਪਾਂ ਜ਼ਿਆਦਾ ਯੂਜ਼ਸ ਕਰਾਂਗੇ ਤਾਂ ਇਸ ਨਾਲ ਕੀ ਹੈ ਜੀ ਸੋਸ਼ਲ ਇਕੋਨਮਿਕ ਐਂਡ ਇਨਵਾਇਰਮੈਂਟਲ ਪ੍ਰੋਬਲਮਸ ਆ ਸਕਦੀਆਂ ਨੇ ਐਂਡ ਆ ਵੀ ਰਹੀਆਂ ਨੇ। ਟੂ ਓਵਰਕਮ ਥੀਸ ਪ੍ਰੋਬਲਮਸ ਰਿਸੋਰਸਿਸ ਕੰਜ਼ਰਵੇਸ਼ਨ ਐਟ ਵੇਰੀਅਸ ਲੈਵਲ ਇਜ਼ ਇੰਪੋਰਟੈਂਟ। ਇਹਨਾਂ ਪ੍ਰੋਬਲਮਸ ਨੂੰ ਕੀ ਹੈ ਜੀ ਫੇਸ ਕਰਨ ਦੇ ਲਈ ਸਾਨੂੰ ਕੀ ਹੈ ਜੀ ਰਿਸੋਰਸਿਸ ਦੀ ਕੰਜ਼ਰਵੇਸ਼ਨ ਕਰਨੀ ਪੈਣੀ ਹੈਗੀ। ਦਿਸ ਹੈਡ ਬੀਨ ਦਾ ਮੇਨ ਕੰਸਰਨ ਆਫ ਦਾ ਲੀਡਰ ਥਿੰਕਰ ਇਨ ਪਾਸਟ। ਇਹ ਕੀ ਹੈ ਜੀ ਬਹੁਤ ਜ਼ਿਆਦਾ ਜੋ ਲੀਡਰ ਸੀਗੇ ਸੋਚਣ ਵਾਲੇ ਬੰਦੇ ਸੀ ਉਹਨਾਂ ਦਾ ਕੀ ਹੈ ਜੀ ਮੇਨ ਕੰਸਰਨ ਰਿਹਾ ਗਾ। ਫੋਰ ਐਗਜ਼ਾਮਪਲ ਗਾਂਧੀ ਜੀ ਵਾਜ਼ ਆਪਟ ਇਨ ਵਾਇਸਿੰਗ ਇਨ ਕੰਸਰਨ ਅਬਾਊਟ ਰਿਸੋਰਸਿਸ ਕੰਜ਼ਰਵੇਸ਼ਨ। ਜੋ ਆਪਣੇ ਮਹਾਤਮਾ ਗਾਂਧੀ ਜੀ ਨੇ ਉਹਨਾਂ ਨੇ ਵੀ ਕੀ ਹੈ ਜੀ ਇਸ ਦੇ ਬਾਰੇ ਕਿਹਾ ਕਿ ਸਾਨੂੰ ਰਿਸੋਰਸਿਸ ਦੀ ਲਿਮਿਟਡ ਯੂਜ਼ਸ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਜੀ ਦੇਅਰ ਇਜ਼ ਇਨਫ ਫੋਰ ਐਵਰੀਬਡੀਜ਼ ਨੀਡ। ਕਿਸੇ ਦੀ ਨੀਡ ਨੂੰ ਕੰਪਲੀਟ ਕਰਨ ਦੇ ਲਈ ਇੱਥੇ ਬਹੁਤ ਜ਼ਿਆਦਾ ਰਿਸੋਰਸਿਸ ਹਨ ਬਟ ਇੱਕ ਗਰੀਡੀ ਦੀ ਨੀਡ ਨੂੰ ਕੰਪਲੀਟ ਕਰਨ ਦੇ ਲਈ ਇੱਥੇ ਰਿਸੋਰਸਿਸ ਨਹੀਂ ਹਨ। ਹੀ ਪਲੇਸ ਦਾ ਗਰੀਡੀ ਐਂਡ ਸੈਲਫਿਸ਼ ਇੰਡੀਵਿਜੂਅਲ ਐਕਸਪਲੋਇਟੇਟਿਵ ਨੇਚਰ ਆਫ ਮਾਡਰਨ ਟੈਕਨੋਲੋਜੀ ਐਜ਼ ਦਾ ਰੂਟ ਕਾਜ਼ ਫੋਰ ਰਿਸੋਰਸਿਸ ਡੈਪਲੇਸ਼ਨ at the global level. He was against mass production and wanted to replace it with the production by the masses। ਉਹਨਾਂ ਨੇ ਕੀ ਹੈ ਕਿਹਾ ਜੀ ਜੋ ਮਾਸ ਪ੍ਰੋਡਕਸ਼ਨ ਹੈ ਇਸ ਦਾ ਵਿਰੋਧ ਕੀਤਾ ਐਂਡ ਉਹਨਾਂ ਨੇ ਕਿਹਾ ਕਿ ਰਿਸੋਰਸਿਸ ਦੀ ਸਾਨੂੰ ਲਿਮਿਟਡ ਯੂਜ਼ ਕਰਨੀ ਚਾਹੀਦੀ ਹੈਗੀ। ਨੈਕਸਟ ਹੈ ਜੀ ਲੈਂਡ ਰਿਸੋਰਸਿਸ। ਜੋ ਆਪਣਾ ਲਿਥੋਸਫੀਅਰ ਹੈ ਉਹ ਵੀ ਇੱਕ ਤਰ੍ਹਾਂ ਦਾ ਰਿਸੋਰਸਿਸ ਹੈ ਕਿਉਂਕਿ ਅਸੀਂ ਇਸ ਨੂੰ ਵੱਖ ਵੱਖ ਐਕਟੀਵਿਟੀਜ਼ ਦੇ ਲਈ ਯੂਜ਼ ਕਰਦੇ ਹਾਂ। ਅਸੀਂ ਇਸ 'ਤੇ ਆਪਣੇ ਘਰ ਬਣਾਏ ਨੇ, ਅਸੀਂ ਇਸ 'ਤੇ ਕਲਟੀਵੇਸ਼ਨ ਕਰਦੇ ਹਾਂ ਮੀਨਸ ਐਗਰੀਕਲਚਰ ਕਰਦੇ ਹਾਂ ਐਂਡ ਇਸ 'ਤੇ ਅਸੀਂ ਇੰਡਸਟਰੀਜ਼ ਲਗਾਈਆਂ। ਇਸ ਦੀ ਤਾਂ ਕੀ ਹੈ ਜੀ ਬਹੁਤ ਜ਼ਿਆਦਾ ਯੂਜ਼ਸ ਆ ਗਈ। ਆਪਣੀ ਜੋ ਅਰਥ ਹੈ ਇਸ ਉੱਪਰ ਕੀ ਹੈ ਜੀ ਲੈਂਡ ਕਈ ਡਿਫਰੈਂਟ ਫਾਰਮ ਦੇ ਵਿੱਚ ਪਾਈ ਜਾਂਦੀ ਹੈ ਲਾਈਕ ਪਲੇਨਸ ਮਾਊਂਟੇਨਸ ਐਂਡ ਪਲੇਟੂਜ਼ ਐਂਡ ਇੰਡੀਆ ਦੇ ਵਿੱਚ ਕੀ ਹੈ ਜੀ 43% ਜੋ ਲੈਂਡ ਹੈ ਜੀ ਉਹ ਕੀ ਹੈ ਜੀ ਪਲੇਨਸ ਨੇ ਐਂਡ 27% ਕੀ ਹੈ ਜੀ ਪਲੇਟੂਜ਼ ਨੇ ਐਂਡ 30% ਕੀ ਹੈ ਜੀ ਮਾਊਂਟੇਨਸ ਨੇ। ਇਹ ਹੁਣ ਕੀ ਹੈ ਜੀ ਲੈਂਡ ਯੂਟੀਲਾਈਜੇਸ਼ਨ ਨੂੰ ਆਪਾਂ ਮੀਨਸ ਲੈਂਡ ਨੂੰ ਅਸੀਂ ਯੂਜ਼ ਕਿੱਦਾਂ ਕਰਦੇ ਹਾਂ। ਅਸੀਂ ਫੋਰੈਸਟ
ने साडे लैंड उपर, लैंड नॉट अवेलेबल फॉर कल्टीवेशन, barren and wasteland, land put to non-agriculture uses। थर्ड है जी अदर अनकल्टिवेटेड लैंड, परमानेंट पास्चर एंड ग्रेजिंग लैंड, लैंड अंडर मिसलेनियस ट्री क्रॉप्स, ग्रोव, कल्चरेबल वेस्ट लैंड, फैलो लैंड, नेट शॉन एरिया। लैंड की यूटिलाइजेशन की है जी, मीनस लैंड बहुत ज़्यादा एरिया में यूज़ हो रही है। इस उपर फॉरेस्ट ने लैंड इदां दी है भी जिस उपर कल्टीवेशन नहीं की जा सकती। बैरन लैंड है मीनस बंजर भूमि आ गई। एंड बहुत घट की है जी नैट शॉन एरिया जो जिथे खेतीबाड़ी की जा सकती है, वो बहुत की है जी एरिया घट आ गया। ये दिखाई गया जी असी लैंड यूटिलाइजेशन। नैक्सट है जी लैंड यूज इन इंडिया। इंडिया के लैंड कित्थे कित्थे किन्नी यूज़ हो रही हैगी। फॉरेस्ट के लैंड यूज़ हो रही है जी ब्लू कलर वाली। ये की है जी 1960 का डाटा है। इस दे अकॉर्डिंग किया जी 45% किया जी इत्थे फॉरेस्ट ने। एंड नैक्सट है जी येलो कलर के वैरन एंड अनकल्चरेबल वेस्टलैंड। एक है जी 12% वेस्टलैंड है। एरिया अंडर नॉन एग्रीकल्चर थर्ड। एक है जी 4.95% एरिया अंडर नॉन एग्रीकल्चर है। परमानेंट पास्चर एंड ग्रेजिंग लैंड जो पशुओं के घाह चरन के लिए लैंड है जी, ये किन्नी है जी, ये वाली 4.7%। एरिया अंडर मिसलेनियस ट्री क्रॉप्स एंड ग्रोव्स, ये किन्ना है जी, ये वाला 1.5%। एंड असी हुण फाइनल देखांगे जी नैट शॉन एरिया, जिस एरिए उपर की है जी एग्रीकल्चर की जाती हैगी। ये केड़ा है जी, ये वाला 45%। सॉरी मैं तुहानूं फॉरेस्ट इत्थे की है जी रॉन्ग दस गया। ये कलर है जी ये वाला 18%। तुसीं इत्थों अगेन खुद कलर्स नूं वाच करके इसनूं रीड कर सकते होगे, वीडियो नूं पॉज करके। नैक्सट है जी लैंड डिग्रेडेशन एंड कंजरवेशन। लैंड की की है जी कंटिन्यूस डे बाय डे बहुत ज़्यादा यूजेस हो रही है। लाइक मैनुफैक्चरिंग, बिल्डिंग्स, इत्थे बहुत ज़्यादा बिल्डिंग बन रही ने, कल्टीवेशन हो रही है, डिफोरेस्टेशन हो रही है, ओवर ग्रेजिंग हो रही है। इस नाल की है जी लैंड की क्वालिटी डे बाय डे डिक्रीज होंदी जा रही है। सानू की है जी इसकी कंजरवेशन करने की लोड़ हैगी। मीन सानू ओवर ग्रेजिंग है जो वो नहीं करनी चाहिए, फॉरेस्ट क्लीयर नहीं करने चाहिए, सॉइल इरोजन नूं रोकना चाहिए है। नैक्सट है जी सॉइल। जो अपना लिथोस्फीयर है मीन जो अपनी लैंड है उसका जो अपर मोस्ट पार्ट आ गया उसनूं की है जी असी सॉइल कहने हैं। सॉइल इज़ द मोस्ट इंपोर्टेंट रिन्यूएबल नैचुरल रिसोर्सेज। इट इज़ द मीडियम ऑफ प्लांट ग्रोथ एंड सपोर्ट डिफरेंट टाइप ऑफ लिविंग ऑर्गेनिजम्स ऑन द अर्थ। एक है जी प्लांट्स नूं ग्रो करने दे विच हैल्प करता है। रीन्यूएबल नैचुरल रिसोर्सिस है जी। द सॉइल इज़ अ लिविंग सिस्टम। एक है जी एक लिविंग रिसोर्सिस है। इट टेक्स मिलियंस ऑफ ईयर्स टू फॉर्म सॉइल अप टू अ फ्यू सेंटीमीटर। सॉइल दे 1 सेंटीमीटर बनने विच की है जी मिलियंस ऑफ ईयर लग जाते हैं। रिलीफ, parent rock and bedrock, climate, vegetation, other form of life and time are important factors in formation of soil। soil की formation नूं की है जी ये सारे फैक्टर अफेक्ट करते हैं। वेरियस फोर्सेस ऑफ नेचर such as change in temperature, action of running water, wind, glacier, activities of decomposer etc. contribute to the formation of soil। एक ने जी एक्टिविटीज़ भी इसनूं सॉइल की फॉर्मेशन नूं अफेक्ट करदियां ने। ये है जी लेयर्स ऑफ सॉइल, लाइक जो टॉप सॉइल है ग्रीन कलर में दिखाई गई है, मीनस ये कि है जी गले छड़े पत्तियां तो बनती हैगी। एंड नैक्सट सॉइल है जी जी क्लेई एंड सिल्थी,
ਜਿਹੜੀ ਰੌਕਸ ਦੇ ਟੁੱਟਣ ਭੱਜਣ ਤੋਂ ਬਣਦੀ ਹੈ। ਨੈਕਸਟ ਹੈ ਜੀ ਉਸ ਤੋਂ ਨੀਚੇ ਹੁੰਦੀ ਹੈ ਜੀ ਸਬਟਰੇਟਮ ਫੀਦਰਡ ਪੇਰੈਂਟ ਰੌਕ ਮਟੀਰੀਅਲ ਐਂਡ ਸਭ ਤੋਂ ਹੇਠ ਹੈ ਜੀ ਅਨਵੀਦਰਡ ਪੇਰੈਂਟ ਰੌਕਸ ਮੀਨਸ ਨੀਚੇ ਕੀ ਨੇ ਜੀ ਬਿਨਾਂ ਟੁੱਟੀਆਂ ਹੋਈਆਂ ਮੀਨਸ ਕੰਪਲੀਟਡ ਰੌਕਸ ਪਾਈਆਂ ਜਾਂਦੀਆਂ ਨੇ। ਨੈਕਸਟ ਹੈ ਜੀ ਆਪਣੀਆਂ ਟਾਈਪਸ ਆਫ ਸੋਇਲ ਦੀਆਂ ਕਿਹੜੀਆਂ ਟਾਈਪਸ ਪਾਈਆਂ ਜਾਂਦੀਆਂ ਬੇਸਿਕਲੀ ਸੋਇਲ ਕੀ ਹੈ ਜੀ 6 ਟਾਈਪ ਦੀਆਂ ਨੇ। ਫਸਟ ਹੈ ਜੀ ਆਪਣੀ ਇਲੂਵੀਅਲ ਸੋਇਲ, ਇਹ ਕੀ ਹੈ ਜੀ ਨਾਰਥਰਨ ਪਲੇਨਸ ਦੇ ਵਿੱਚ ਪਾਈ ਜਾਂਦੀ ਹੈਗੀ ਜਿਹੜੇ ਕਿ ਫੋਰਮ ਕੀਤੇ ਹੋਏ ਨੇ ਇੰਡਸ ਗੰਗਾ ਐਂਡ ਬ੍ਰਹਮਪੁੱਤਰਾ ਰਿਵਰਸ ਦੇ ਦੁਆਰਾ। ਇਹ ਹੋਰ ਕਿੱਥੇ ਪਾਈ ਜਾਂਦੀ ਹੈ ਜੀ ਇਹ ਮਹਾਨਦੀ ਕ੍ਰਿਸ਼ਨਾ ਕਾਵੇਰੀ ਐਂਡ ਗੋਦਾਵਰੀ ਦੇ ਡੈਲਟਾਸ ਦੇ ਵਿੱਚ ਵੀ ਪਾਈ ਜਾਂਦੀ ਹੈਗੀ। ਐਲੂਵੀਅਲ ਸੋਇਲ ਨੂੰ ਅੱਗੇ ਕੀ ਹੈ ਜੀ 3 ਤਰ੍ਹਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਦੂਰਾਸ ਚੌ ਐਂਡ ਟਾਈ ਐਂਡ ਅਕੋਰਡਿੰਗ ਟੂ ਟਾਈਮ ਇਹ ਕੀ ਹੈ ਜੀ 2 ਤਰ੍ਹਾਂ ਦੇ ਵਿੱਚ 2 ਫਾਰਮ ਦੇ ਵਿੱਚ ਡਿਵਾਈਡ ਕੀਤੀ ਜਾਂਦੀ ਹੈ ਓਲਡ ਐਲੂਵੀਅਲ ਐਂਡ ਨਿਊ ਐਲੂਵੀਅਲ। ਨੈਕਸਟ ਹੈ ਜੀ ਬਲੈਕ ਸੋਇਲ ਆਲਸੋ ਨੋਨ ਐਜ਼ ਰੀਗੁਰ ਬੈਸਟ ਫੋਰ ਕਾਟਨ, ਇਹ ਕੀ ਹੈ ਜੀ ਕਾਟਨ ਦੀ ਖੇਤੀ ਲਈ ਬਹੁਤ ਜ਼ਿਆਦਾ ਵਧੀਆ ਹੈਗੀ। ਫਾਊਂਡ ਇਨ ਨਾਰਥ ਡੈਕਨ ਪਲੇਟੂ, ਜੋ ਡੈਕਨ ਪਲੇਟੂ ਹੈਗਾ ਉਸਦੇ ਨਾਰਥ ਦੇ ਵਿੱਚ ਇਹ ਸੋਇਲ ਪਾਈ ਜਾਂਦੀ ਹੈ। ਇਨ ਮਹਾਰਾਸ਼ਟਰਾ ਐਮਪੀ ਛੱਤੀਸਗੜ੍ਹ this is made up of extremely fine clay material. It holds much moisture and rich in magnesium, potash, lime. Next है जी yellow and red soil formed from igneous rocks in low rainfall and dry region found in east west of Deccan Plateau in Odisha and Chhattisgarh. Next है जी laterite soil developed under tropical and subtropical climate found in Maharashtra, Odisha and West Bengal. Its pH level is less than 6. It supports deciduous and evergreen forest useful for tea and coffee. ਇਸ ਦਾ pH ਕੀ ਹੈ ਜੀ 6 ਤੋਂ ਹੇਠਾਂ ਹੈ ਮੀਨਸ ਕੀ ਹੈ ਜੀ ਐਸਿਡਿਕ ਹੈ ਬਹੁਤ ਜ਼ਿਆਦਾ। ਨੈਕਸਟ ਟਾਈਪ ਕਿਹੜੀ ਹੈ ਜੀ ਐਰਿਡ ਸੋਇਲ, its color is red and brown, it's sandy and salty, ਇਹ ਕੀ ਹੈ ਜੀ salty ਆ ਗਈ। due to dry climate high temperature evaporation is faster and the soil lack humus and moisture, ਇਹਦੇ ਵਿੱਚ ਕੀ ਹੈ ਜੀ ਹਿਊਮਸ ਤੇ ਮੋਇਸਚਰ ਦੀ ਘਾਟ ਪਾਈ ਜਾਂਦੀ ਹੈਗੀ। ਫਾਊਂਡ ਇਨ ਵੈਸਟਰਨ ਰਾਜਸਥਾਨ, ਇਹ ਸਿਰਫ ਕੀ ਹੈ ਜੀ ਪੱਛਮੀ ਰਾਜਸਥਾਨ ਦੇ ਵਿੱਚ ਪਾਈ ਜਾਂਦੀ ਹੈਗੀ। ਲਾਸਟ ਟਾਈਪ ਆਪਣੀ ਸੋਇਲ ਦੀ ਜੀ ਫਰੈਸਟ ਸੋਇਲ ਫਾਊਂਡ ਇਨ ਹਿਲੀ ਐਂਡ ਮਾਊਂਟੇਨ ਏਰੀਆ, ਦੇ ਆਰ ਲੂਮੀ ਐਂਡ ਸਿਲਟੀ, ਇਟ ਇਜ਼ ਲੋ ਹਿਊਮਸ ਐਂਡ ਐਸਿਡਿਕ, ਇਸ ਵਿੱਚ ਕੀ ਹੈ ਜੀ ਹਿਊਮਸ ਘੱਟ ਹੁੰਦੀ ਹੈ ਬਟ ਇਹ ਐਸਿਡਿਕ ਆ ਗਈ। ਇਹ ਮੈਪ ਸ਼ੋਅ ਕਰਦਾ ਜੀ ਡਿਫਰੈਂਟ ਟਾਈਪਸ ਆਫ ਸੋਇਲਸ ਕਿਹੜੀ ਸਟੇਟ ਦੇ ਵਿੱਚ ਕਿੱਥੇ ਕਿੱਥੇ ਪਾਈ ਜਾਂਦੀਆਂ ਨੇ। ਲਾਈਕ ਗ੍ਰੀਨ ਕਲਰ ਸ਼ੋਅ ਕਰਦਾ ਜੀ ਆਪਣਾ ਫਰੈਸਟ ਐਂਡ ਮਾਊਂਟੇਨ ਸੋਇਲ, ਜਿਹੜੀ ਕਿ ਹੈ ਜੀ ਸਿਰਫ ਮਾਊਂਟੇਨ ਏਰੀਆ ਦੇ ਵਿੱਚ ਉੱਪਰ ਪਾਈ ਜਾਂਦੀ ਹੈ ਲਾਈਕ ਇਨ ਜੰਮੂ ਕਸ਼ਮੀਰ ਹਿਮਾਚਲ ਐਂਡ ਥੋੜ੍ਹੀ ਇਹ ਇੱਧਰ ਵੀ ਪਾਈ ਜਾਂਦੀ ਹੈਗੀ ਈਸਟ ਸਾਈਡ 'ਤੇ। ਨੈਕਸਟ ਹੈ ਜੀ ਇਲੂਵੀਅਲ ਸੋਇਲ, ਜਿਹੜੀ ਕਿ ਹੈ ਜੀ ਆਪਣੇ ਇੱਥੇ ਨਾਰਥਰਨ ਪਲੇਨਸ ਦੇ ਵਿੱਚ ਪਾਈ ਜਾਂਦੀ ਹੈਗੀ ਲਾਈਕ ਪੰਜਾਬ ਹਰਿਆਣਾ ਦਿੱਲੀ ਯੂਪੀ ਬਿਹਾਰ ਐਕਸੈਟਰਾ। ਨੈਕਸਟ ਹੈ ਜੀ ਰੈੱਡ ਐਂਡ ਜੈਲੋ ਸੋਇਲ, ਜਿਹੜੀ ਕਿ ਹੈ ਜੀ ਸਾਊਥ ਈਸਟ ਏਰੀਆ ਦੇ ਵਿੱਚ ਪਾਈ ਜਾਂਦੀ ਹੈ। ਨੈਕਸਟ ਹੈ ਜੀ ਆਪਣੀ ਬਲੈਕ ਸੋਇਲ, ਜਿਹੜੀ ਮਿਡਲ ਇੰਡੀਆ ਦੇ ਵਿੱਚ ਕੀ ਹੈ ਜੀ ਪਾਈ ਜਾਂਦੀ ਹੈਗੀ। ਨੈਕਸਟ ਹੈ ਜੀ ਲੈਟਰਾਈਟ, ਇਹ ਕੀ ਹੈ ਜੀ ਬਹੁਤ ਘੱਟ ਏਰੀਆ ਵਿੱਚ ਪਾਈ ਜਾਂਦੀ ਹੈ ਜੀ ਇਹ ਲਾਈਕ ਇਨ ਗੁਜਰਾਤ। ਲਾਸਟ ਹੈ ਜੀ ਆਪਣੀ ਅਰਿਡ ਸੋਇਲ, ਜਿਹੜੀ ਕਿ ਸਿਰਫ ਵੈਸਟਰਨ ਰਾਜਸਥਾਨ ਦੇ ਵਿੱਚ ਹੀ ਪਾਈ ਜਾਂਦੀ ਹੈਗੀ। ਲਾਸਟ ਟੋਪਿਕ ਹੈ ਜੀ ਆਪਣਾ ਸੋਇਲ ਇਰੋਜ਼ਨ ਐਂਡ
ਕੰਜ਼ਰਵੇਸ਼ਨ। ਸੋਇਲ ਇਰੋਜਨ ਕੀ ਹੁੰਦਾ ਜੀ, ਜੋ ਆਪਣੀ ਟੌਪ ਮੋਸਟ ਸੋਇਲ ਹੈ ਉਸਦਾ ਵਿਦ ਦਾ ਇਫੈਕਟ ਆਫ ਬਾਈਂਡ ਔਰ ਵਿਦ ਦਾ ਇਫੈਕਟ ਆਫ ਵਾਟਰ ਇੱਕ ਜਗ੍ਹਾ ਤੋਂ ਮੂਵ ਹੋ ਕੇ ਦੂਸਰੀ ਜਗ੍ਹਾ ਚਲਿਆ ਜਾਣਾ, ਉਸਨੂੰ ਆਪਾਂ ਕਹਿੰਦੇ ਹਾਂ ਜੀ ਸੋਇਲ ਇਰੋਜਨ। ਇਹ ਬੇਸਿਕਲੀ ਹੁੰਦਾ ਕਿਉਂ ਹੈ ਜੀ, ਓਵਰ ਗ੍ਰੇਜ਼ਿੰਗ ਐਂਡ ਡੀਫੋਰੈਸਟੇਸ਼ਨ ਦੇ ਕਾਰਨ ਕੀ ਹੈ ਜੀ ਜ਼ਿਆਦਾ ਸੋਇਲ ਇਰੋਜਨ ਹੁੰਦਾ ਗਾ। ਐਂਡ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਲੋੜ ਹੈ ਜੀ ਸੋਇਲ ਦੇ ਕੰਜ਼ਰਵੇਸ਼ਨ ਦੇ ਲਈ, ਕਿਉਂਕਿ ਇਸਦੀ ਕੀ ਹੈ ਜੀ ਕੁਆਲਿਟੀ ਡੇ ਬਾਏ ਡੇ ਕੀ ਹੈ ਜੀ ਡਿਕਰੀਜ਼ ਹੁੰਦੀ ਜਾ ਰਹੀ ਹੈ। ਐਂਡ ਗੌਰਮੈਂਟ ਆਫ ਇੰਡੀਆ ਮੇਕ ਸੋਇਲ ਕੰਜ਼ਰਵੇਸ਼ਨ ਐਕਟ ਇਨ 1935। ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਅਸੀਂ ਸਮਝਿਆ ਜੀ ਲੈਂਡ ਰਿਸੋਰਸ, ਸੋਇਲ ਰਿਸੋਰਸ, ਟਾਈਪਸ ਆਫ ਰਿਸੋਰਸਿਸ ਐਂਡ ਰਿਸੋਰਸਿਸ ਕੀ ਹੁੰਦੇ ਨੇ, ਉਹਨਾਂ ਦੀ ਡਿਵੈਲਪਮੈਂਟ ਕਿਵੇਂ ਕਰਨੀ ਆ ਆਪਾਂ, ਐਂਡ ਰਿਸੋਰਸ ਪਲੈਨਿੰਗ ਕਿੱਦਾਂ ਕਰਨੀ ਹੈਗੀ। ਸੋ ਆਈ ਹੋਪ ਤੁਹਾਨੂੰ ਇਹ ਲੈਕਚਰ ਬੜੀ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ, ਗੋਡ ਬਲੈਸ ਯੂ ਆਲ।